ਪ੍ਰਾਈਮ ਮਿਨਿਸਟਰ ਦੇ ਦੌਰੇ ਦੀ ਤਿਆਰੀ ਸੀ ਵੀ ਕੋਈ ਨਹੀਂ ਕੀਤੀ ਹੈਗੀ। ਜਿਹੜੇ ਹਵਾਈ ਜਹਾਜ਼ ਦੇ ਵਿੱਚ ਆਏ ਸੀਗੇ ਉਹਦੇ ਵਿੱਚ ਇਹੋ ਜਿਹੇ ਦਫ਼ਤਰ ਲੱਗੇ ਹੋਣੇ ਚਾਹੀਦੇ ਸੀ ਕਿ ਜੇ ਵੀ ਕੋਈ ਸਟ੍ਰਿੰਗਰ ਮਿਸਾਈਲ ਹਵਾਈ ਜਹਾਜ਼ ਵੱਲ ਛੱਡਦਾ ਹੈ ਤੇ ਹਵਾਈ ਜਹਾਜ਼ ਦੇ ਜੰਤਰ ਉਹਨੂੰ ਨਿਊਟਰਲਾਈਜ਼ ਕਰ ਦੇਣਗੇ। ਅੱਗੇ ਜਦੋਂ ਮੌਸਮ ਦਾ ਪਤਾ ਸੀ ਮੈਟਰੋਲੋਜੀਕਲ ਡਿਪਾਰਟਮੈਂਟ ਤੋਂ ਕਿ ਮੌਸਮ ਖਰਾਬ ਹੋਊਗਾ, ਫਿਰ ਮੋਦੀ ਸਾਹਿਬ ਨੂੰ ਹੈਲੀਕਾਪਟਰ ਰਾਹੀਂ ਫਿਰੋਜ਼ਪੁਰ ਜਾਣਾ ਚਾਹੀਦਾ ਸੀਗਾ। ਇੰਡੀਆ ਦੇ ਕੋਲੇ ਸਾਰੇ ਵੈਦਰ ਦੇ ਵਿੱਚ ਚੱਲਣ ਵਾਲੇ ਹੈਲੀਕਾਪਟਰ ਇੱਕ ਚਿਨੋਕ ਹੈ, ਇੱਕ ਅਪਾਚੀ ਹੈ, ਉਸ ਨੂੰ ਇਸਤੇਮਾਲ ਕਰਨਾ ਚਾਹੀਦਾ ਸੀਗਾ। ਫਿਰ ਉੱਤੇ ਸੈਟੇਲਾਈਟ ਚੱਲਦੀ ਹੈ ਗੌਰਮੈਂਟ ਆਫ ਇੰਡੀਆ ਦੀ, ਉਹ ਇੱਕ ਇੱਕ ਕਦਮ ਪ੍ਰਾਈਮ ਮਿਨਿਸਟਰ ਦਾ ਦੱਸਦੀ ਹੈ ਕਿ ਕਿੱਥੇ ਪਹੁੰਚੇ ਹੈ। ਤੇ ਜੇ ਪ੍ਰਾਈਮ ਮਿਨਿਸਟਰ ਨੂੰ ਖਤਰਾ ਸੀ ਤੇ ਫਿਰ ਫੌਜ ਇੱਕਦਮ ਹੈਲੀਕਾਪਟਰ ਦੇ ਰਾਹੀਂ ਉੱਥੇ ਕਿਉਂ ਨਹੀਂ ਪਹੁੰਚੀ? ਕਿਸੇ ਨੂੰ ਪਤਾ ਨਹੀਂ ਸੀਗਾ ਕਿ ਮੋਦੀ ਸਾਹਿਬ ਨੇ ਆਉਣਾ। ਬੀਜੇਪੀ ਨੇ ਅਨਾਉਂਸ ਕਰਤਾ 3 ਲੱਖ ਦਾ ਅਸੀਂ ਇਕੱਠ ਕਰਾਂਗੇ, ਪਰ ਬੀਜੇਪੀ ਦੀ ਕੈਪੈਸਿਟੀ ਹੈ ਨਹੀਂ ਗੀ 3 ਲੱਖ ਦਾ ਇਕੱਠ ਕਿੱਥੋਂ ਕਰ ਦੇਣਗੇ। ਅਜੇ ਤੱਕ ਜਿਹੜੀਆਂ ਬੱਸਾਂ ਉਹਨਾਂ ਨੇ ਮੰਗਾਈਆਂ ਸੀ ਉਹ ਰੋ ਰਹੇ ਹੈ ਕਿ ਸਾਨੂੰ ਤਾਂ ਕਿਰਾਇਆ ਹੀ ਨਹੀਂ ਦਿੱਤਾ ਇਹਨਾਂ ਨੇ, ਤੇ ਜਿਹੜੇ ਭਾੜੇ ਤੇ ਲਏ ਸੀਗੇ ਬੰਦੇ ਉਹਨਾਂ ਦਾ ਵੀ ਖਰਚਾ ਨਹੀਂ ਕੀਤਾ ਹੈਗਾ। ਫਿਰ ਇਹ ਜਿਹੜੀਆਂ ਖਾਮੀਆਂ ਹੈਗੀਆਂ ਇਹਦੇ ਬਾਰੇ ਮੈਂ ਸਾਰੀ ਤਫਤੀਸ਼ ਕੀਤੀ ਹੈ। ਮੈਂ ਉੱਥੇ ਸੀਗਾ ਕਿ ਜਿਹੜੇ ਪੁਲ ਦੇ ਉੱਤੇ ਇਹ ਖੜੇ ਹੋਏ ਹੈ ਉੱਥੇ ਕੋਈ ਖਤਰਾ ਨਹੀਂ। ਸਾਡੀ ਪਾਰਟੀ ਦੇ ਮਿਸਰੀ ਵਾਲੇ ਦੇ ਜਥੇਦਾਰ ਪਹੁੰਚੇ ਸੀ, ਉਹਨਾਂ ਨੇ ਕਿਹਾ ਕਿ ਕੋਈ ਖਤਰਾ ਪ੍ਰਾਈਮ ਮਿਨਿਸਟਰ ਨੂੰ ਨਹੀਂ ਹੈਗਾ। ਖਤਰਾ ਜੇ ਹੋਇਆ ਇਹ ਸੈਕਟਰ ਦੀ ਅਣਗਹਿਲੀ ਕਰਕੇ ਹੋਇਆ। ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਕਿ ਜਿਹੜੇ ਮੁਲਕ ਕੋਲੇ ਸੈਟੇਲਾਈਟਸ ਹੋਣ, ਜਿਹਦੇ ਕੋਲੇ ਹਵਾਈ ਜਹਾਜ਼ ਹੋਣ, ਜਿਹੜੇ ਕੋਈ ਮਿਸਾਈਲ ਛੱਡਦੇ ਸ਼ੋਲਡਰ ਟੂ ਸ਼ੋਲਡਰ, ਉਸ ਨੂੰ ਨਿਊਟਰਲਾਈਜ਼ ਹਵਾਈ ਜਹਾਜ਼ ਕਰਦੇ। ਫਿਰ ਮੋਦੀ ਸਾਹਿਬ ਨੂੰ ਹੈਲੀਕਾਪਟਰ ਦੇ ਉੱਤੇ ਕਿਉਂ ਨਹੀਂ ਅੱਗੇ ਲੈ ਕੇ ਗਿਆ? ਫਿਰ ਫਿਰੋਜ਼ਪੁਰ ਦਾ ਜਿਹੜਾ ਹਵਾਈ ਅੱਡਾ ਹੈ ਉਹ ਕਿੰਨੇ ਸਾਲਾਂ ਤੋਂ ਬੰਦ ਹੈ ਤੇ ਉਹ ਅਜੇ ਤੱਕ ਉਹਨੂੰ ਖੋਲ੍ਹਿਆ ਕਿਉਂ ਨਹੀਂ ਹੈ? ਬੜੀ ਇੰਪੋਰਟੈਂਟ ਜਗ੍ਹਾ ਫਿਰੋਜ਼ਪੁਰ ਬਾਰਡਰ ਦੇ ਉੱਤੇ ਹੈ ਤੇ ਕਿੰਨੇ ਸਾਲਾਂ ਤੋਂ ਬੰਦ ਕਰਕੇ ਰੱਖਿਆ ਹੈ। ਜੇ ਫਿਰੋਜ਼ਪੁਰ ਦਾ ਹਵਾਈ ਅੱਡਾ ਖੋਲ ਦਿੰਦੇ, ਬਣਾ ਦਿੰਦੇ ਤੇ ਮੋਦੀ ਸਾਹਿਬ ਸਿੱਧੇ ਉੱਥੇ ਜਾ ਸਕਦੇ ਸੀਗੇ। ਇਹ ਤਾਂ ਹੁਣ ਰੈਗੂਲਰ ਚੀਜ਼ ਹੋ ਗਈ ਹੈ ਸਾਡੇ ਇਲੈਕਸ਼ਨਾਂ ਦੇ ਵਿੱਚ ਕਿ ਜਦੋਂ ਇਲੈਕਸ਼ਨ ਆਉਂਦੇ ਹੈ ਸਾਡੇ ਲੀਡਰਸ ਬੇਸ਼ੱਕ ਕਾਂਗਰਸ ਦੇ ਹੋਣ, ਬੇਸ਼ੱਕ ਬੀਜੇਪੀ ਦੇ ਹੋਣ, ਉਹ ਕਹਿੰਦੇ ਹੈ ਜੀ ਸਾਨੂੰ ਸਿੱਖਾਂ ਤੋਂ ਖਤਰਾ ਹੈ। ਫਿਰ ਬਲੂਸਟਾਰ ਕੀਤਾ ਗਿਆ। ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਕਤਲੇਆਮ ਜੈਨੋਸਾਈਡ ਸਿੱਖਾਂ ਦੀ ਕਰਾਈ ਤੇ ਭਰੀ ਪਾਰਲੀਮੈਂਟ ਉਸ ਨੂੰ ਮਿਲ ਗਈ। ਉਸ ਤੋਂ ਬਾਅਦ ਮੋਦੀ ਸਾਹਿਬ ਨੇ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ। ਚੀਫ ਮਿਨਿਸਟਰ ਸੀਗੇ 2013 ਦੇ ਵਿੱਚ ਚੀਫ ਮਿਨਿਸਟਰ ਸੀਗੇ ਮੋਦੀ ਸਾਹਿਬ। 60,000 ਸਿੱਖ ਜ਼ਿਮੀਂਦਾਰ ਉਹਨਾਂ ਦੀਆਂ ਕਾਨੂੰਨੀ ਲਈਆਂ ਗਈਆਂ ਜ਼ਮੀਨਾਂ ਨੂੰ ਜ਼ਬਤ ਕਰ ਲਿਆ। ਇਹਦਾ ਮਤਲਬ ਹੈ ਕਿ ਜਿਹੜਾ ਇੱਥੇ ਵੀ ਹੁਣ ਬਣਾਉਣਾ ਚਾਹੁੰਦੇ ਹੈ ਕਿ ਸਿੱਖਾਂ ਤੋਂ ਖਤਰਾ ਸੀ, ਇਹ ਵੀ ਹੁਣ ਇਲੈਕਸ਼ਨ ਜਿਹੜੇ 5 ਸਟੇਟਾਂ ਦੇ ਵਿੱਚ ਹੋ ਰਹੇ ਹੈ ਇਹ ਖੋਆ ਖੜਾ ਕਰਨ ਲੱਗ ਗਏ ਹੈ ਕਿ ਹੁਣ ਇਹਨਾਂ ਸਿੱਖਾਂ ਨੇ ਫੇਰ ਪ੍ਰਾਈਮ ਮਿਨਿਸਟਰ ਨੂੰ ਖਤਰਾ ਪਹੁੰਚਾਤਾ ਹੈ। ਸੋ ਇਹ ਸਾਰੀ ਮਿੱਟੀ ਹੋਈ ਗੱਲ ਹੈ। ਬਘਿਆੜ ਕਹਿ ਕੇ ਕਿੰਨੀ ਵਾਰੀ ਸਾਨੂੰ ਸਾਰਿਆਂ ਨੂੰ ਡਰਾਇਆ ਗਿਆ। ਹੁਣ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਕੋਈ ਬਘਿਆੜ ਨਹੀਂ, ਬਘਿਆੜ ਇੱਕ ਕਾਂਗਰਸ ਹੈ
कि बीजेपी RSS है। अमित शाह जी कहते हैं कि कांग्रेस ने मोदी साहब को नुकसान कराना सीगा। ये हो सकता है क्यों करके बीजेपी RSS ने गांधी नू गौडसे तो मरवाता सीगा। ते हो सकता है कि कांग्रेस की कोई साजिश होवे कि ऐतकी वारी मोदी साहब के उत्ते कोई हमला इहो जिहा करा देण जिहदे नाल इन्हां दा अंत आ जाए। सो इहदी तफ्तीश होनी चाहिदी है कि पहला गांधी नूं मरवाया, हुण अमित शाह जी कहते हैं कि साडे प्राइम मिनिस्टर नूं कांग्रेस ने बनवाउणा सीगा। ये सारिया चीज़ां बहुत गंभीर है। ये सारा कुछ मैं लिख के दिता है, ये तुसीं देख लिओ। जे चंगा लग्या तो लिख दिओ, जे नहीं लग्या तो यही असी जिहड़ा नवा कमीशन सुप्रीम कोर्ट के जस्टिस के थल्ले बनिया, साडे जिहड़े सुप्रीम कोर्ट के वकील है रंजन लखनपाल साहब, उन्होंने इसकी पटिशन उन्होंने दे दी है। तो साडी सुनवाई होगी, ये पर्दा फाश होगा कि ये जिहड़ा दौरा हैगा प्राइम मिनिस्टर का, फिर रॉ खुफिया एजेंसी है, IB खुफिया एजेंसी है, मिलिट्री इंटैलीजेंस खुफिया एजेंसी है, इन्होंने पहला क्यों नहीं दस्या कि इहो जिहा बर्ताओ साडे प्राइम मिनिस्टर के नाल होगा। ये रॉ का जिहड़ा डायरैक्टर है, IB का डायरैक्टर है, ते यूनियन होम सैकटरी भल्ला साहब है, इन्हों 2-2 साल की नौकरी के बधाई दी है, जबकि 60 साल के हो गए है। जे चीन का हमला नहीं दस सके तो हुण मोदी के उत्थे जाण का खतरा नहीं दस सके, फिर मैं पूछना कि 2-2 सालों की नौकरी के बधाई क्यों की गई है। जे कबाड़ को फिर कबाड़ सड़कों पर ले आना है तो फिर सरकार किवें चल सकती है। जिहड़े बंदे फेल हो चुके हैं उन्होंने 2-2 साल दी नौकरियां दित्ती है, तो लद्दाख बारे ये लोग दस ही नहीं सकते कि चीन का PLA हमला करूँगा, तो अजे तक 900 स्क्वायर किलोमीटर चीन ने लद्दाख के नपे हुए है। 1962 के 40,000 स्क्वायर किलोमीटर चीन ने लद्दाख के कब्जा कर लिया सीगा, पर अजे तक कोई भी मैंबर पार्लीमेंट नहीं पूछता कि सरकारां इहदे बारे की कर रही हैं, जबकि सरकार दा मूँह सिर्फ लग्या कि सिख मार देंगे प्राइम मिनिस्टर को या मुसलमान मार देंगे तो इलैक्शन असीं जित जावांगे। ये तो कोई प्रोग्राम कोई एजेंडा नहीं है। जिथे इन्नी धरती लद्दाख की मैं तुहानूं दसदा है कि सिखां नूं उहदे नाल लगाव है, क्यों करके 1834 के विच महाराजा रणजीत सिंह दी फौजां ने लद्दाख फतेह कीता सीगा। इस करके जो भी धरती नपी जाती है लद्दाख की, साडे दिलों नूं सिखां नूं चोट लगती है। ये साडे फतेह किए हुए इलाके हिंदुत्व ने चीन को लटा दिते हैं, ते वापस ये क्यों नहीं लेंदे। ये साडा मतलब है कि ये इलाके वापस क्यों नहीं लेके जा रहे। फिर जिहड़ा रावत साहब सी जदों उस दे वेले ते हुण जिहड़ा जरनैल है उस दे वेले ये इलाके चीन ने फतेह किए है, फिर उन्होंने प्रमोशन क्यों दी है, की एक्शन लिया जरनैलों के खिलाफ। जिहड़ा डिफेंस मिनिस्टर है उसके खिलाफ की एक्शन लिया। जिहड़ा होम मिनिस्टर है जिहदी फौज इंडो तिब्बतियन बॉर्डर फोर्स है वो चीन के बॉर्डर के उत्ते लगी हुई है। जिहड़ा अमित शाह होम मिनिस्टर है उसकी कदे पुछ-गिछ हुई है कि तुहाडी ITB ने सानू कदों इतलाह दित्ती ते कदों फौज नूं पता लग्या कि चीन अगे वध रही है। अमित शाह का भी
मोदी साहब वो सिर्फ आ गल्लां करते हैं कि सिख हमारे को मारते हैं, सानू की लोड़ है जाने। मेरा मतलब कोई रैशनल तो होना चाहिए। सिखा ने मसा डॉक्टर मारे है, और मारे है जनरल डायर 20 साल 21 साल बाद उधम सिंह ने जाके विलायत मारता सीगा। फिर ਜਿਹੜਿਆਂ ने ब्लू स्टार ਦੇ ਵਿੱਚ ਜ਼ੁਲਮ ਕੀਤੇ ਹੈ ਉਹ ਮਾਰਤੇ ਹੈ। ਹੁਣ ਮੋਦੀ ਸਾਹਿਬ ਨੇ ਅਜੇ ਤੱਕ ਤਾਂ ਕੋਈ ਸਿੱਖਾਂ ਦੇ ਉੱਤੇ ਜ਼ੁਲਮ ਨਹੀਂ ਕੀਤਾ, ਸਵਾਈ 60,000 ਜਿਹੜੇ ਸਿੱਖ ਜ਼ਿਮੀਂਦਾਰ ਉਜਾੜੇ ਹੈ ਉਹਦੀ ਵੀ ਰੱਖਿਆ ਹੋਣੀ ਚਾਹੀਦੀ ਹੈ ਮੋਦੀ ਸਾਹਿਬ ਤੋਂ। ਤੇ ਜਿਹੜਾ ਮੋਦੀ ਸਾਹਿਬ ਇੱਥੇ ਆ ਕੇ ਡੱਕਾ ਨਹੀਂ ਕਰਕੇ ਗਏ ਕਿ ਅਸੀਂ ਪੰਜਾਬ ਦੇ ਮੰਗਤੇ ਹੈ कि जो प्राइम मिनिस्टर आए ਅਸੀਂ हथ कढ़ के इतने दे दीए, तो जिवें तुसीं मोटर दे विच सवार होंदे हो, तुसीं मंगते हो, किसी वेले दे दिंदे हो, कदे वेले नहीं दिंदे। की समझदे आ सानूं कि असीं सिख मंगते साडे बॉर्डर खोलण, साडीआं जिनसां बाहर जाण। इत्थे साडी बनस्पति की कीमत हैगी है 3600 रुपया कुंटल। पाकिस्तान साडे ट्रकां च जाण पास करन ईरान दे विच 8000 रुपया क्विंटल साडी बासमती दी है। पाकिस्तान दे विच घाट है कणक दी, साडी वट दे नाल वट लगदा पाकिस्तान, ते पाकिस्तान रूस तो कणक मंगा रहा है। मेरा मतलब है जे असी सिख हैं, जे असी बॉर्डर ते बैठे हैं तो नित असी अरदासां करते हैं कि ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ 'ਚ ਰਹਿ ਗਏ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਤੇ ਫਿਰ ਹਕੂਮਤ ਸਿੱਖਾਂ ਦੀ ਕਿਉਂ ਨਹੀਂ ਸੁਣਦੀ ਹੈਗੀ? ਬਾਰਡਰ ਖੋਲ੍ਹੋ ਤੁਸੀਂ, ਅਸੀਂ ਆਪਣੇ ਗੁਰਦੁਆਰਿਆਂ 'ਚ ਜਾਈਏ। ਸਾਡੀ ਅੱਧਾ ਧਰਮ ਉੱਥੇ ਹੈ, ਅੱਧੀ ਸਾਡੀ ਬੋਲੀ ਉੱਥੇ ਹੈ, ਅੱਧੀ ਸਾਡੀ ਆਰਕੀਟੈਕਚਰ ਸਾਡਾ ਸੱਭਿਆਚਾਰ ਉੱਧਰ ਹੈ। ਉਹਨੂੰ ਕਿਉਂ ਬੰਦ ਕੀਤਾ ਹੋਇਆ? ਕਿਉਂ ਕਰਕੇ ਸਿੱਖ ਹੈ। ਬਾਂਗਲਾਦੇਸ਼ ਖੁੱਲ੍ਹਾ ਹੈ, ਨੇਪਾਲ ਖੁੱਲ੍ਹਾ ਹੈ, ਪਰ ਕਿਉਂ ਕਰਕੇ ਇੱਥੇ ਸਿੱਖ ਰਹਿੰਦੇ ਹੈ। ਇਹਨਾਂ 'ਤੇ ਸ਼ੱਕ ਕੀਤਾ ਜਾਏ, ਇਹ ਇਸ ਕਰਕੇ ਬਾਰਡਰ ਨਹੀਂ ਖੁੱਲ੍ਹਦੇ। ਸੋ ਆਹ ਪਾਲਿਸੀ ਹੈ ਗਵਰਨਮੈਂਟ ਆਫ ਇੰਡੀਆ ਦੀ, ਜਿਹੜੀ ਅਸੀਂ ਇੱਕੋ ਇੱਕ ਪਾਰਟੀ ਹੈ ਪੰਜਾਬ ਦੀ ਜਿਹੜੀ ਇਲੈਕਸ਼ਨਾਂ 'ਚ ਮੁੱਦੇ ਲੈ ਕੇ ਜਾ ਰਹੀ ਹੈ। ਕਿਸੇ ਵੀ ਪਾਰਟੀ ਕੋਲ ਕੋਈ ਮੁੱਦਾ ਨਹੀਂ। ਕਾਂਗਰਸ ਫੇਲ ਹੋ ਚੁੱਕੀ ਹੈ। कैप्टन अमरिंदर सिंह ने गुप्ता साहब की सौं चक के कहा सी बरगाड़ी की जी बेदबी हुई है वो मुलजम मैं फड़ूंगा, नहीं फड़े गए। ड्रग्स मैं खत्म करूंगा। जोड़ा बंदा फड़िया सीगा हाईकोर्ट ने चौथे 5वें दिन उसनूं जमानत दे दी है। किहड़ा मुद्दा है? आम आदमी पार्टी के कोल किहड़ा है? उन्हां दी कैबिनेट दिल्ली दे विच कोई सिख वजीर नहीं है, कोई उन्होंने पंजाबी के लिए गल नहीं की हैगी, कोई किसी तरह का सानू भी दिखाया कि असी तुहाडे मेहरबान है, तुहाडे नाल यारी दोस्ती है। फिर बीजेपी ਉਹਦਾ पता है तुहानू कि उन्होंने तो पंजाब के विच कोई बढ़न ही नहीं दिता। तो ये ਜਿਹੜੇ सारे चले गए हैं ਢੀਂਡਸਾ साहब ते टोड़े का परिवार ते बरनाले का परिवार। मेरा मतलब ਇਹੋ ਜਿਹੇ ਕੱਚੇ ਜਿਹੇ ਬੰਦੇ ਹੈ कि एक अकाली दल ਨੂੰ ਛੱਡ ਕੇ ਤੁਸੀਂ ਦੂਜੀ ਮਤਸਵੀ ਪਾਰਟੀ 'ਚ ਜਾ ਰਹੇ ਹੋ। ਕੋਈ ਤੁਹਾਨੂੰ ਸ਼ਰਮ ਤਾਂ ਹੋਣੀ ਚਾਹੀਦੀ ਹੈ। ਬਿਲਕੁਲ ਬੇਸ਼ਰਮ ਹੋ ਗਿਆ ਜੋ ਕਰਕੇ ਸਿੱਖ ਦਾ ਰਾਜ ਹੈ ਨਹੀਂਗਾ। ਰਾਜ ਬਿਨਾਂ ਨਾ ਧਰਮ ਚਲੇ ਹੈ, ਇੱਕ ਸਾਡੀ ਇਤਿਹਾਸ ਦੇ ਵਿੱਚ ਤੁਕ ਹੈ। ਸੋ ਸਾਰਾ ਕੁਝ ਦੱਸਤਾ ਤੁਹਾਨੂੰ, ਬਾਕੀ ਪੜ੍ਹ ਲਿਓ। ਸੋਢੀ ਸਾਹਿਬ ਚਾਹ